Good morning, students. Once again, welcome to my YouTube channel. This is a boys' fourth part related to the grammar. In this session, I am discuss about to the some advanced exercise related to the boys. Before starting this session, which student has been comes to the first time on my YouTube channel, so subscribe my channel. Just do it for a bright future. And also see their previous 3 videos before starting this session, because when you have been not see these 3 parts of this session, so you will be suffering with the problems, because I will start from to the basic, and now this is the last session so related to the voice. So this is a very difficult for all the students to learn these things, so I will recommend it that you will see their 3 parts. I will also give these 3 parts link in my description box. Now I will start from this session शुरू करते हैं। फर्स्ट हैगा एलेक्सरीज वर्ब्स वॉइस। हुण ये वो वर्ब्स ਹੁੰਦੀਆਂ ਨੇ ਜਿਹੜੀਆਂ ਕੀ ਹੁੰਦੀਆਂ ਨੇ ਅਦਰ ਦੈਨ ਕੀ ਹੁੰਦੀਆਂ ਨੇ ਅਦਰ ਹੈਲਪਿੰਗ ਵਰਬਸ ਵੀ ਕਿਹਾ ਜਾਂਦਾ ਹੁੰਦਾ ਵਾ, ਜਿਵੇਂ ਇਜ਼ ਐਮ ਆਰ ਵਾਸ ਵਰ ਹੈਡ ਹੈਵ। ਇਹਨਾਂ ਚੀਜ਼ਾਂ ਤੋਂ ਇਲਾਵਾ ਜਾਣੀ ਕਿ ਟੈਂਸ ਦੀਆਂ ਹੈਲਪਿੰਗ ਵਰਬਸ ਤੋਂ ਇਲਾਵਾ ਕੁਛ ਅਜੇ ਅਦਰ ਵਰਬਸ ਹੁੰਦੀਆਂ ਨੇ, ਤਾਂ ਉਹਨਾਂ ਦੇ ਰੂਲ ਨੂੰ ਕਿਵੇਂ ਚੇਂਜ ਕੀਤਾ ਜਾਊਗਾ। ਜਿਵੇਂ ਉਹਨਾਂ ਦੇ ਵਿੱਚ ਵੀ ਆਏਗਾ ਸਬਜੈਕਟ ਆਏਗਾ ਮੇ, ਮਾਈਟ, ਕੈਨ, ਕੁਡ, ਵੁੱਡ, ਸ਼ੁੱਡ, ਹੋਰ ਵੀ ਬਹੁਤ ਸਾਰੇ ਨੇ ਵੀ ਜਿਹੜੇ ਇੱਦਾਂ ਦੀਆਂ ਹੁੰਦੀਆਂ ਨੇ। ਇਹਨਾਂ ਨੂੰ ਅਸੀਂ ਕਹਿੰਦੇ ਹਾਂ ਹੈਲਪਿੰਗ ਵਰਬਸ, ਅਦਰ ਐਲੈਕਸਰੀ ਹੈਲਪਿੰਗ ਵਰਬਸ ਜਾਂ ਅਦਰ ਹੈਲਪਿੰਗ ਵਰਬਸ, ਪਲੱਸ ਉਹਨਾਂ ਨਾਲ ਵਰਬ ਦੀ ਫਸਟ ਫਾਰਮ 'ਤੇ ਆਬਜੈਕਟ ਆਏਗਾ। ਉਹਨਾਂ ਨੂੰ ਚੇਂਜ ਕਿਵੇਂ ਕਰਾਂਗੇ, ਆਬਜੈਕਟ ਅੱਗੇ ਆ ਜਾਏਗਾ, ਮੇ, ਮਾਈਟ ਜਿਹੜਾ ਵੀ ਕੁਛ ਆਏਗਾ, ਮੇ, ਮਾਈਟ, ਕੈਨ, ਕੁਡ, ਵੁੱਡ, ਸ਼ੁੱਡ ਕੋਈ ਵੀ ਆਏਗਾ, ਤਾਂ ਉਸ ਤੋਂ ਬਾਅਦ ਅਸੀਂ ਕੀ ਯੂਜ਼ ਕਰਾਂਗੇ ਪਲੱਸ ਵੀ। ਇੱਥੇ ਇੱਕ ਚੀਜ਼ ਰਹੇਗੀ ਮੇਰੇ ਤੋਂ, ਵਰਬ ਦੀ ਥਰਡ ਫਾਰਮ ਲਿਖਣਾ ਰਹਿ ਗਿਆ, ਇੱਥੇ ਪਲੀਜ਼ ਲਿਖ ਲਿਓ। ਤਾਂ ਵੀ ਤੋਂ ਬਾਅਦ ਪਲੱਸ ਵਰਬ ਦੀ ਥਰਡ ਫਾਰਮ ਪਲੱਸ ਬਾਏ ਪਲੱਸ ਸਬਜੈਕਟ, ਇਹਦਾ ਪੈਸਿਵ ਦਾ ਰੂਲ ਬਣੇਗਾ। ਹੁਣ ਇਹਦੀਆਂ ਅਸੀਂ ਐਕਸਰਸਾਈਜ਼ ਦੇਖਦੇ ਹਾਂ, ਆਈ ਹੋਪ ਤੁਹਾਨੂੰ ਕਲੀਅਰ ਹੋਵੇਗਾ। ਅਤੇ ਜਿਹੜੇ ਆ ਆਪਾਂ ਜਦੋਂ ਇਹਦੀਆਂ ਐਕਸਰਸਾਈਜ਼ ਦੇ ਬਾਰੇ ਗੱਲ ਕਰਾਂਗੇ ਤਾਂ ਮੇ ਵੀ ਤੁਹਾਨੂੰ ਹੋਰ ਵੀ ਜ਼ਿਆਦਾ ਕਲੀਅਰੈਂਸ ਆਏਗੀ। ਜਿਵੇਂ ਫਸਟ ਹੈ ਆਈ ਕੈਨ ਸਪੀਕ ਇੰਗਲਿਸ਼, ਆਈ ਕੈਨ ਸਪੀਕ ਇਨ ਇੰਗਲਿਸ਼। ਹੁਣ ਇਹਦੇ ਵਿੱਚ ਦੇਖੋ ਜਿਹੜਾ ਆਈ ਆ ਉਹ ਸਾਡਾ ਸਬਜੈਕਟ ਆ, ਕੈਨ ਸਾਡੀ ਕੀ ਆ ਅਦਰ ਹੈਲਪਿੰਗ ਵਰਬ ਆ, ਸਪੀਕ ਸਾਡੀ ਵਰਬ ਦੀ ਫਸਟ ਫਾਰਮ ਆ, ਅਤੇ ਇੰਗਲਿਸ਼ ਸਾਡਾ ਕੀ ਹੈ ਇੱਕ ਆਬਜੈਕਟ ਆ। ਤਾਂ ਹੁਣ ਇਹਨੂੰ ਅਸੀਂ ਕਿਵੇਂ ਚੇਂਜ ਕਰਾਂਗੇ, ਆਬਜੈਕਟ ਅੱਗੇ ਆਇਆ ਜਾਣੀ ਕਿ ਇੰਗਲਿਸ਼ ਅੱਗੇ ਆਏਗਾ, ਉਸ ਤੋਂ ਬਾਅਦ ਅਸੀਂ ਹੈਲਪਿੰਗ ਵਰਬ ਯੂਜ਼ ਕਰਾਂਗੇ ਕੈਨ ਤੋਂ ਬਾਅਦ ਫਿਰ ਅਸੀਂ ਬੀ ਯੂਜ਼ ਕਰਾਂਗੇ, ਫਿਰ ਵਰਬ ਦੀ ਥਰਡ ਫਾਰਮ ਯੂਜ਼ ਹੋਏਗੀ ਕੀ ਸਪੋਕਨ, ਬਾਏ, ਫਿਰ ਉਸ ਤੋਂ ਬਾਅਦ ਲਾਸਟ ਦੇ ਵਿੱਚ ਆਈ ਦਾ ਕੀ ਬਣੇਗਾ ਮੀ। ਤਾਂ ਇਸ ਤਰੀਕੇ ਨਾਲ ਅਸੀਂ ਇਹਨੂੰ ਕੀ ਆ ਚੇਂਜ ਕਰ ਦਾਂਗੇ। ਨੈਕਸਟ ਹੈਗਾ ਵਾ ਯੂ ਮੇ ਕੀਪ ਦਿਸ ਬੁੱਕ। ਤਾਂ ਹੁਣ ਇੱਥੇ ਯੂ ਜਿਹੜਾ ਵਾ ਤੁਸੀਂ ਮੈਨੂੰ ਦੱਸਣਾ ਵਾ ਕੀ ਆ ਸਬਜੈਕਟ ਹੋਏਗਾ, ਮੇ ਕੀ ਆ ਸਾਡੀ ਅਦਰ ਹੈਲਪਿੰਗ ਵਰਬਸ, ਕੀਪ ਸਾਡੀ ਕੀ ਹੋਏਗੀ ਵਰਬ ਦੀ ਫਸਟ ਫਾਰਮ, ਅਤੇ ਲਾਸਟ ਦੇ ਵਿੱਚ ਦਿਸ ਬੁੱਕ ਸਾਡਾ ਕੀ ਆ ਆਬਜੈਕਟ ਆ। ਤਾਂ ਆਬਜੈਕਟ ਅੱਗੇ ਆਏਗਾ ਤਾਂ ਕੀ ਬਣੇਗਾ ਦਿਸ ਮੇ ਤੋਂ ਬਾਅਦ ਸਾਡਾ ਕੀ ਯੂਜ਼ ਹੋਏਗਾ ਬੀ, ਕਿਉਂਕਿ ਇਹ ਤੋਂ ਬਾਅਦ ਅਸੀਂ ਬੀ ਯੂਜ਼ ਕਰਾਂਗੇ, ਵਰਬ ਦੀ ਥਰਡ ਫਾਰਮ ਕੀਪ ਕੈਪਟ ਅਤੇ ਥਰਡ ਅਤੇ ਉਸ ਤੋਂ ਬਾਅਦ ਬਾਏ, ਅਤੇ ਲਾਸਟ ਦੇ ਵਿੱਚ ਯੂ ਦਾ ਯੂ ਹੀ ਰਹਿ ਜਾਂਦਾ ਤਾਂ ਕੀ ਆਏਗਾ ਯੂ ਆ ਜਾਏਗਾ। ਤਾਂ ਇਸੇ ਤਰੀਕੇ ਨਾਲ ਜਿਹੜੀਆਂ ਹੋਰਸ ਨੇ ਜਿਵੇਂ ਸ਼ੀ ਮਾਈਟ ਬਾਏ ਦੀ ਕਾਰ, ਤਾਂ ਇੱਥੇ ਕੀ ਆਏਗਾ ਦੀ ਕਾਰ ਮਾਈਟ ਬੀ ਬਾਊਟ ਬਾਏ ਹਰ, ਆਈ ਕੈਨ ਸੋਲਵ ਦਿਸ ਸਮ, ਤਾਂ ਇੱਥੇ ਕੀ ਆਏਗਾ ਦਿਸ ਸਮ ਕੈਨ ਬੀ ਸੋਲਵਡ ਬਾਏ ਮੀ। ਤਾਂ ਇਹ ਸੀਗਾ ਅਦਰ ਹੈਲਪਿੰਗ ਵਰਬਸ ਦੇ ਵਿੱਚ। ਅਤੇ ਨੈਕਸਟ ਜਿਵੇਂ ਆਹ ਲਾਸਟ ਵਾਲਾ ਸੈਵਨਥ ਦੇਖਦੇ ਹਾਂ। ਸੈਵਨਥ ਥੋੜ੍ਹਾ ਜਿਹਾ ਡਿਫਰੈਂਟ ਆ। ਦੇਖੋ ਹੁਣ ਆਈ ਕੀ ਆ ਸਾਡਾ ਸਬਜੈਕਟ ਆ, ਕੈਨ ਸਾਡਾ ਕੀ ਹੈ ਹੈਲਪਿੰਗ ਵਰਬ ਆ, ਫਿਨਿਸ਼ ਸਾਡਾ ਕੀ ਆ ਵਰਬ ਹੈ ਵਰਬ ਦੀ ਫਸਟ ਫਾਰਮ, ਅਤੇ ਇਟ ਸਾਡੀ ਕੀ ਆ ਸਾਡਾ ਆਬਜੈਕਟ ਆ। ਜਿਹੜਾ ਲਾਸਟ ਦੇ ਵਿੱਚ ਆ ਇਨ ਨੋ ਟਾਈਮਸ, ਇਹ ਕੀ ਆ ਸਾਡਾ ਇਹ ਐਕਸਟਰਾ ਵਰਡਸ ਯੂਜ਼ ਹੋਏ ਨੇ, ਤਾਂ ਇਹ ਐਜ਼ ਇਟ ਇਜ਼ ਲਾਸਟ ਦੇ ਵਿੱਚ ਹੀ ਰਹਿਣਗੇ, ਇਹਨਾਂ ਨੂੰ ਅਸੀਂ ਕਦੇ ਵੀ ਅੱਗੇ ਨਹੀਂ ਲੈ ਕੇ ਆਵਾਂਗੇ। ਜਿਹੜਾ ਸਾਡਾ ਆਬਜੈਕਟ ਆ ਉਹ ਇਕੱਲਾ ਇਟ ਹੋਏਗਾ। ਤਾਂ ਹੁਣ ਇਹਨੂੰ ਚੇਂਜ ਕਰਦੇ ਹਾਂ, ਜਿਵੇਂ ਇਟ ਦਾ ਇਟ ਹੀ ਰਹਿ ਗਿਆ, ਇਟ ਆਬਜੈਕਟ ਅੱਗੇ ਆਇਆ, ਕੈਨ ਉਸ ਤੋਂ ਬਾਅਦ ਫਿਰ ਬੀ ਆਏਗਾ, ਫਿਨਿਸ਼ਡ ਵਰਬ ਦੀ ਥਰਡ ਫਾਰਮ, ਫਿਰ ਬਾਏ, ਫਿਰ ਮੀ, ਫਿਰ ਉਸ ਤੋਂ ਬਾਅਦ ਜਿਹੜਾ ਅਸੀਂ ਲਾਸਟ ਦੇ ਵਿੱਚ ਜਿਹੜੇ ਵਰਡਸ ਵਰਤੇ ਸੀ ਇਨ ਨੋ ਟਾਈਮ, ਤਾਂ ਇਹ ਇੱਥੇ ਕੀ ਹੋਏਗਾ ਇਨਕਲੂਡ ਹੋ ਜਾਏਗਾ। ਅਤੇ ਲਾਸਟ ਵਾਲਾ ਦੇਖੋ ਹੀ ਕੁਡ ਨਾਟ ਕੈਚ ਦਾ ਟ੍ਰੇਨ। ਹੁਣ ਇੱਥੇ ਕੀ ਆ ਨੈਗੇਟਿਵ ਸੈਂਟੈਂਸਿਸ ਦਾ, ਤਾਂ ਇੱਥੇ ਕੀ ਆ ਹੀ ਸਬਜੈਕਟ, ਕੁਡ ਕੀ ਆ ਹੈਲਪਿੰਗ ਵਰਬ, ਨਾਟ ਸਾਡਾ ਨੈਗੇਟਿਵ ਸੈਂਟੈਂਸ ਕਰਕੇ ਆਇਆ, ਤਾਂ ਉਸ ਤੋਂ ਬਾਅਦ ਸਾਡਾ ਕੀ ਯੂਜ਼ ਹੋਇਆ ਵਾ ਵਰਬ ਦੀ ਫਸਟ ਫਾਰਮ, ਅਤੇ ਉਸ ਤੋਂ ਬਾਅਦ ਲਾਸਟ ਦੇ ਵਿੱਚ ਦਾ ਟ੍ਰੇਨ ਕੀ ਆ ਆਬਜੈਕਟ ਆ। ਤਾਂ ਹੁਣ ਆਬਜੈਕਟ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ। ਇੱਕ ਗੱਲ ਯਾਦ ਰੱਖਣੀ ਆ ਵੀ ਜਦੋਂ ਨੈਗੇਟਿਵ ਸੈਂਟੈਂਸ ਕਰ ਰਹੇ ਹਾਂ ਤਾਂ ਜਿਹੜਾ ਨਾਟ ਆ ਉਹ ਹਮੇਸ਼ਾ ਵਰਬ ਦੀ ਫਾਰਮ ਤੋਂ ਪਹਿਲਾਂ ਆਏਗਾ, ਅਤੇ ਇਹ ਚੀਜ਼ ਦਾ ਧਿਆਨ ਰੱਖਣਾ। ਜਿਵੇਂ ਅਸੀਂ ਬੀਨ ਯੂਜ਼ ਕਰਾਂਗੇ ਉਹ ਹਮੇਸ਼ਾ ਵਰਬ ਦੀ ਫਾਰਮ ਦੇ ਨਾਲ ਅਟੈਚ ਰਹਿੰਦਾ। ਯਾਦ ਰੱਖਣਾ ਵੀ ਚਾਹੇ ਕੈਨ ਆ ਜਾਵੇ, ਕੁਛ ਵੀ ਆ ਜਾਵੇ, ਆਲਰੇਡੀ ਆ ਜਾਵੇ, ਈਵਨ ਆ ਜਾਵੇ, ਕੁਛ ਵੀ ਆ ਜਾਵੇ, ਜਿਹੜਾ ਯਾਨੀ ਕਿ ਵਰਬ ਤੋਂ ਪਹਿਲਾਂ ਕੁਛ ਵੀ ਆ ਜਾਵੇ, ਤਾਂ ਅਸੀਂ ਯਾਦ ਇਹ ਰੱਖਣਾ ਵਾ ਵੀ ਜਿਹੜਾ ਬੀਨ ਬੀਇੰਗ ਹੋਏਗਾ ਉਹ ਹਮੇਸ਼ਾ ਵਰਬ ਦੀ ਫਾਰਮ ਦੇ
ਨਾਲ ਹੀ ਅਟੈਚ ਹੋਏਗਾ। ਜਿਵੇਂ ਕਿ ਅਸੀਂ ਆਬਜੈਕਟ ਨੂੰ ਅੱਗੇ ਲੈ ਕੇ ਆਂਦਾ ਤਾਂ ਟ੍ਰੇਨ ਅੱਗੇ ਆ ਗਿਆ, ਕੁਡ ਸਾਡੀ ਹੈਲਪਿੰਗ ਵਰਬ, ਨੋਟ ਜਿਹੜਾ ਵਾ ਸਾਡਾ ਨੈਗੇਟਿਵ ਸੈਂਟੈਂਸ ਆਇਆ, ਬੀ ਯੂਜ਼ ਕਰਨਾ ਵਾ ਅਸੀਂ ਕਦੋਂ, ਵਰਬ ਦੀ ਫਾਰਮ ਤੋਂ ਪਹਿਲਾਂ, ਤੇ ਨਾਲ ਉਹਦੇ ਕੀ ਆਏਗਾ ਬਾਏ, ਤੇ ਲਾਸਟ ਦੇ ਵਿੱਚ ਕੀ ਆਏਗਾ ਸਬਜੈਕਟ, ਕੀ ਆਇਆ ਹਿਮ, ਹੀ ਦਾ ਕੀ ਬਣਦਾ ਹੁੰਦਾ ਹਿਮ। ਤਾਂ ਇਸ ਤਰੀਕੇ ਨਾਲ ਅਸੀਂ ਇਹ ਐਕਸਰਸਾਈਜ਼ ਸੋਲਵ ਕੀਤੀ। ਆਈ ਹੋਪ ਤੁਹਾਨੂੰ ਕਲੀਅਰ ਹੋਇਆ ਹੋਵੇਗਾ। ਨੈਕਸਟ ਅਸੀਂ ਟੌਪਿਕ ਵੱਲ ਚੱਲਦੇ ਹਾਂ। ਨੈਕਸਟ ਹੈਗਾ ਵਾ ਇਨ ਦੀ ਸੈਂਟੈਂਸ ਹੈਵਿੰਗ ਟੂ ਇੱਕ ਅਜਿਹਾ ਸੈਂਟੈਂਸ ਜਿਹਦੇ ਵਿੱਚ ਕੀ ਹੋਣ, ਦੋ ਆਬਜੈਕਟ ਹੋਣ, ਤਾਂ ਅਸੀਂ ਉਹਨੂੰ ਕਿਸ ਤਰੀਕੇ ਨਾਲ ਚੇਂਜ ਕਰਨਾ ਵਾ। ਜਿਵੇਂ ਫਸਟ ਹੈਗੀ ਐਗਜ਼ਾਮਪਲ, ਹੀ ਟੋਲਡ ਮੀ ਆ ਸਟੋਰੀ। ਤਾਂ ਹੁਣ ਇੱਥੇ ਜਿਹੜਾ ਵਾ ਹੀ ਕੀ ਆ ਸਬਜੈਕਟ ਆ, ਟੋਲਡ ਕੀ ਆ ਵਰਬ ਦੀ ਸੈਕਿੰਡ ਫਾਰਮ ਆ, ਕਿਉਂਕਿ ਇੱਥੇ ਹੈਲਪਿੰਗ ਵਰਬ ਨਹੀਂ ਆਈ ਹੈਗੀ। ਤਾਂ ਇਸ ਦਾ ਮਤਲਬ ਕੀ ਹੋਏਗਾ ਟੈਲ, ਟੋਲਡ, ਤਾਂ ਟੋਲਡ ਕੀ ਹੈ ਇੱਥੇ ਵਰਬ ਦੀ ਸੈਕਿੰਡ ਫਾਰਮ ਹੋਏਗੀ। ਮੀ ਸਾਡਾ ਫਸਟ ਆਬਜੈਕਟ ਆ ਤੇ ਆ ਸਟੋਰੀ ਸਾਡਾ ਸੈਕਿੰਡ ਸਬਜੈਕਟ ਆ। ਤਾਂ ਹੁਣ ਇਹਨੂੰ ਚੇਂਜ ਕੀਤਾ ਜਾਵੇ। ਚੇਂਜ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਆਈ ਨੂੰ ਅੱਗੇ ਲੈ ਕੇ ਆਏ ਤਾਂ ਵੀ ਠੀਕ ਆ, ਜੇਕਰ ਤੁਸੀਂ ਆ ਸਟੋਰੀ ਨੂੰ ਅੱਗੇ ਲੈ ਕੇ ਆਏ ਤਾਂ ਮੀ ਦਾ ਕੀ ਕਰਨਾ ਜਾਂ ਸਟੋਰੀ ਦਾ ਕੀ ਕਰਨਾ ਉਹ ਅਸੀਂ ਇਹਦੇ ਵਿੱਚ ਗੱਲ ਕਰਦੇ ਹਾਂ। ਫਸਟ ਹੈ ਜਿਵੇਂ ਅਸੀਂ ਮੰਨਿਆ ਆਈ ਨੂੰ ਅਸੀਂ ਇਹਦਾ ਸਬਜੈਕਟ ਮੰਨ ਲਿਆ, ਤਾਂ ਆਈ ਅੱਗੇ ਆਇਆ, ਆਈ ਦੇ ਨਾਲ ਕੀ ਹੁੰਦਾ ਵਾਸ, ਕਿਉਂਕਿ ਅਸੀਂ ਪੜ੍ਹਿਆ ਹੋਇਆ ਵਾ ਵੀ ਜੇਕਰ ਪਾਸਟ ਸਿੰਪਲ ਦਾ ਰੂਲ ਚੱਲਦਾ ਹੋਵੇ ਤਾਂ ਅਸੀਂ ਵਾਸ ਵਰ ਯੂਜ਼ ਕਰ ਦਿੰਦੇ ਹਾਂ, ਆਈ ਦੇ ਨਾਲ ਵਾਸ ਲੱਗਦਾ ਹੁੰਦਾ। ਟੋਲਡ ਵਰਬ ਦੀ ਥਰਡ ਫਾਰਮ ਆ ਸਟੋਰੀ ਨਾਲ ਲੈ ਕੇ ਆਉਣਾ, ਫਿਰ ਉਸ ਤੋਂ ਬਾਅਦ ਬਾਈ ਯੂਜ਼ ਹੋਏਗਾ, ਫਿਰ ਲਾਸਟ ਦੇ ਵਿੱਚ ਅਸੀਂ ਕੀ ਯੂਜ਼ ਕਰਾਂਗੇ ਹਿਮ। ਇਹ ਗੱਲ ਯਾਦ ਰੱਖਣੀ ਹੈ ਵੀ ਹੁਣ ਇਹ ਤੋਂ ਬਾਅਦ ਨਹੀਂ ਲੈ ਕੇ ਆ ਜਾਣਾ ਵੀ ਟੋਲਡ ਬਾਏ ਹਿਮ ਆ ਸਟੋਰੀ, ਇਹ ਥੋੜ੍ਹਾ ਜਿਹਾ ਗਲਤ ਹੋ ਜਾਏਗਾ, ਤਾਂ ਇਸ ਕਰਕੇ ਇਹਦਾ ਧਿਆਨ ਰੱਖਣਾ ਵਾ। ਨੈਕਸਟ ਜਿਹੜਾ ਦੂਜਾ ਵਾ, ਜਿਵੇਂ ਕਿ ਅਸੀਂ ਆ ਸਟੋਰੀ ਨੂੰ ਅੱਗੇ ਲੈ ਆਈਏ ਤਾਂ ਆ ਸਟੋਰੀ ਵਾਜ਼ ਟੋਲਡ ਤੋਂ ਬਾਅਦ ਸਾਨੂੰ ਇੱਕ ਵਰਡ ਆਪਣੇ ਕੋਲੋਂ ਐਡ ਕਰਨਾ ਪਏਗਾ ਟੂ, ਠੀਕ ਹੈ ਜੀ। ਫਿਰ ਟੂ ਤੋਂ ਬਾਅਦ ਮੀ ਫਸਟ ਆਬਜੈਕਟ ਆ ਜਾਏਗਾ, ਫਿਰ ਉਸ ਤੋਂ ਬਾਅਦ ਬਾਏ ਹਿਮ ਜਿਹੜਾ ਸਬਜੈਕਟ ਆ ਉਹ ਲਾਸਟ ਦੇ ਵਿੱਚ ਇਸੇ ਤਰੀਕੇ ਨਾਲ ਆ ਜਾਏਗਾ। ਇੱਕ ਹੋਰ ਸੈਂਟੈਂਸ ਕਰਦੇ ਹਾਂ, ਜਿਵੇਂ ਕਿ ਤੁਹਾਨੂੰ ਆ ਦਿੱਤਾ ਹੋਇਆ ਵਾ ਆਈ ਗਿਵ ਹਿਮ ਆ ਮਨੀ। ਤਾਂ ਹੁਣ ਇੱਥੇ ਆਈ ਕੀ ਆ ਸਬਜੈਕਟ ਆ, ਗਿਵ ਕੀ ਆ ਵਰਬ ਦੀ ਸੈਕਿੰਡ ਫਾਰਮ ਆ, ਹਿਮ ਸਾਡਾ ਕੀ ਆ ਫਸਟ ਆਬਜੈਕਟ ਆ, ਤੇ ਮਨੀ ਕੀ ਆ ਸੈਕਿੰਡ ਆਬਜੈਕਟ ਆ। ਤਾਂ ਹੁਣ ਇਹਨੂੰ ਅਸੀਂ ਕਿਵੇਂ ਯੂਜ਼ ਕਰਾਂਗੇ, ਹੀ ਅੱਗੇ ਆਇਆ, ਵਾਸ ਜਿਹੜਾ ਵਾ ਹੈਲਪਿੰਗ ਵਰਬ ਉਦੋਂ ਨਾਲ ਆਈ, ਫਿਰ ਉਸ ਤੋਂ ਬਾਅਦ ਗਿਵਨ ਆਇਆ ਵਰਬ ਦੀ ਥਰਡ ਫਾਰਮ, ਫਿਰ ਉਸ ਤੋਂ ਬਾਅਦ ਅਸੀਂ ਕੀ ਯੂਜ਼ ਕਰਾਂਗੇ ਮਨੀ ਤੋਂ ਬਾਅਦ ਕੀ ਆਏਗਾ ਬਾਏ ਮੀ ਜਿਹੜਾ ਸਾਡਾ ਸਬਜੈਕਟ ਸੀਗਾ ਉਹ ਲਾਸਟ ਦੇ ਵਿੱਚ ਆ ਜਾਏਗਾ। ਜੇਕਰ ਤੁਸੀਂ ਮਨੀ ਨਾਲ ਚੇਂਜ ਕਰਨਾ ਚਾਹੋਗੇ ਤਾਂ ਮਨੀ ਨਾਲ ਵੀ ਹੋ ਜਾਏਗਾ। ਮਨੀ ਨਾਲ ਕਿੱਦਾਂ ਆਏਗਾ ਮਨੀ ਵਾਜ਼। ਨੈਕਸਟ ਸਾਡੇ ਕੋਲ ਕੀ ਸੀਗਾ ਗਿਵਨ ਮਨੀ ਵਾਜ਼ ਗਿਵਨ ਬਾਏ ਮੀ, ਇੱਥੇ ਗਿਵਨ ਹਿਮ ਬਾਏ ਮੀ, ਤਾਂ ਇੱਥੇ ਆਏਗਾ ਜੀ ਬਾਏ ਮੀ। ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਚੇਂਜ ਕਰ ਸਕਦੇ ਹੋ। ਬਾਕੀ ਜਿਹੜੇ ਸੈਂਟੈਂਸ ਨੇ ਉਹ ਤੁਸੀਂ ਆਪਣੇ ਆਪ ਚੇਂਜ ਕਰਨ ਦੀ ਕੋਸ਼ਿਸ਼ ਕਰਨੀ ਹੈ। ਲਾਸਟ ਤੱਕ ਇਹ ਸਾਰੇ ਇੱਦਾਂ ਹੀ ਨੇ। ਆਈ ਹੋਪ ਤੁਹਾਨੂੰ ਇਹ ਵਾਲਾ ਵੀ ਜਿਹੜਾ ਸੈਕਿੰਡ ਇਹਦਾ ਅੱਜ ਅਸੀਂ ਸੈਸ਼ਨ ਦੇ ਵਿੱਚ ਐਡਵਾਂਸ ਕਰ ਰਹੇ ਹਾਂ, ਤਾਂ ਇਹਦਾ ਸੈਕਿੰਡ ਜਿਹੜਾ ਤੁਹਾਨੂੰ ਟੌਪਿਕ ਆਈ ਹੋਪ ਤੁਹਾਨੂੰ ਇਹ ਜਿਹੜਾ ਅੱਜ ਦਾ ਐਡਵਾਂਸ ਸੈਸ਼ਨ ਦੇ ਵਿੱਚ ਸੈਕਿੰਡ ਪਾਰਟ ਸਮਝ ਆਇਆ ਹੋਵੇਗਾ। ਹੁਣ ਅਸੀਂ ਗੱਲ ਕਰਦੇ ਹਾਂ ਇਹਦੇ ਨੈਕਸਟ ਜਿਹੜਾ ਅੱਗੇ ਇਹਦੀ ਐਕਸਰਸਾਈਜ਼ਿਸ ਨੇ, ਅਤੇ ਅਗਲੇ ਪਾਰਟ ਦੇ ਵੱਲ ਚੱਲਦੇ ਹਾਂ। ਨੈਕਸਟ ਪਾਰਟ ਦੇ ਵਿੱਚ ਸਾਡੇ ਕੋਲ ਹੈਗਾ ਇੰਟੈਰੋਗੇਟਿਵ ਸੈਂਟੈਂਸਿਸ। ਜਦੋਂ ਇੰਟੈਰੋਗੇਟਿਵ ਸੈਂਟੈਂਸਿਸ ਆਉਂਦੇ ਆ ਤਾਂ ਅਸੀਂ ਉਹਨਾਂ ਦੇ ਰੂਲ ਕਿਸ ਤਰੀਕੇ ਨਾਲ ਬਣਾਉਣੇ ਆ ਅਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਸਮਝਣਾ ਵਾ। ਮੈਂ ਰੂਲਸ ਨੂੰ 5 ਪਾਰਟਸ ਦੇ ਵਿੱਚ ਡਿਵਾਈਡ ਕੀਤੇ ਆ, ਜਿਹਦੇ ਵਿੱਚ ਅਸੀਂ ਡੂ ਡਜ਼ ਡਿਡ ਇਹਨਾਂ ਚੀਜ਼ਾਂ ਦੇ ਨਾਲ, ਅਤੇ ਫਿਰ ਉਸ ਤੋਂ ਬਾਅਦ ਇਜ਼ ਐਮ ਆਰ ਵਾਜ਼ ਵਰ ਯਾਨੀ ਕਿ ਅਦਰ ਹੈਲਪਿੰਗ ਵਰਬਸ ਹੋਣ ਤਾਂ ਉਹਨਾਂ ਨਾਲ ਕਿਵੇਂ ਚੇਂਜ ਕਰਨਾ, ਅਦਰ ਹੈਲਪਿੰਗ ਵਰਬਸ ਦੇ ਨਾਲ ਕਿਵੇਂ ਚੇਂਜ ਕਰਨਾ, ਹੂ ਹਾਊ ਵਟ ਅਤੇ ਉਹਨਾਂ ਵਿੱਚ ਕਿਵੇਂ ਚੇਂਜ ਕਰਨਾ, ਇਹਨਾਂ ਬਾਰੇ ਅਸੀਂ ਡਿਸਕਸ ਕਰਾਂਗੇ। ਸਟਾਰਟ ਕਰਦੇ ਹਾਂ ਫਸਟ ਰੂਲ ਨੂੰ। ਇਫ ਦੀਆਂ ਇੰਟੈਰੋਗੇਟਿਵ ਸੈਂਟੈਂਸਿਸ ਸਟਾਰਟਡ ਫਰੋਮ ਡੂ ਡਜ਼ ਔਰ ਡਿਡ, when while they are preparing to their voice exercise, the candidate should be use is, am and was or were according to the number or a person's object। ਹੁਣ ਇਹਦੇ ਵਿੱਚ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਵੀ ਜਦੋਂ ਡੂ ਡਜ਼ ਲੱਗਿਆ ਹੋਇਆ ਹੋਵੇਗਾ ਅਤੇ ਡਿਡ ਲੱਗਿਆ ਹੋਵੇਗਾ ਤਾਂ ਇਹਦਾ ਪੈਸਿਵ ਵੌਇਸ ਅਸੀਂ ਕਿਵੇਂ ਚੇਂਜ ਕਰਾਂਗੇ, ਅਤੇ ਇਹਨਾਂ ਵਿੱਚ ਅਸੀਂ ਇਜ਼ ਐਮ ਆਰ ਯੂਜ਼ ਕਰਾਂਗੇ ਕਦੋਂ, ਜਦੋਂ ਡੂ ਅਤੇ ਡਜ਼ ਆਏਗਾ, ਅਤੇ ਜਦੋਂ ਵਾਸ ਅਤੇ ਵਰ ਕਿੱਥੇ ਯੂਜ਼ ਹੋਏਗਾ, ਜਿੱਥੇ ਡਿਡ ਲੱਗਿਆ ਹੋਵੇਗਾ। ਅਤੇ ਇਹ ਡਿਪੈਂਡ ਕਰੇਗਾ ਵੀ ਸਾਡਾ ਜਿਹੜਾ ਆਬਜੈਕਟ ਆ ਉਹ ਕੀ ਆ, ਸਿੰਗੂਲਰ ਆ ਪਲੂਰਲ ਆ, ਤਾਂ ਉਸ ਅਕੋਰਡਿੰਗ ਅਸੀਂ ਇਹਨੂੰ ਚੇਂਜ ਕਰਾਂਗੇ। ਜਿਵੇਂ ਇਹਦੇ ਵਿੱਚ ਐਗਜ਼ਾਮਪਲ ਆ, ਫਸਟ ਐਗਜ਼ਾਮਪਲ ਹੈਗੀ ਆ ਡਜ਼। ਹੁਣ ਇਹ ਯਾਦ ਰੱਖਣਾ ਵੀ ਡਜ਼ ਕਿੱਥੇ ਲੱਗਦਾ ਹੁੰਦਾ, ਜੇਕਰ ਸਿੰਗੂਲਰ ਸਬਜੈਕਟ ਹੋਵੇ ਤਾਂ ਅਸੀਂ ਡਜ਼ ਯੂਜ਼ ਕਰ ਦਿੰਦੇ ਹਾਂ, ਅਤੇ ਡਜ਼ ਕਿੱਥੇ ਯੂਜ਼ ਹੁੰਦਾ ਪ੍ਰੈਜ਼ੈਂਟ ਸਿੰਪਲ ਟੈਂਸ ਦੇ ਵਿੱਚ ਯੂਜ਼ ਹੁੰਦਾ। ਇਹ ਯਾਦ ਰੱਖਣਾ ਤੁਸੀਂ, ਪ੍ਰੈਜ਼ੈਂਟ ਸਿੰਪਲ ਟੈਂਸ ਦੇ ਵਿੱਚ ਅਸੀਂ ਯੂਜ਼ ਕੀ ਕਰ ਦਿੰਦੇ ਹਾਂ ਡਜ਼ ਅਤੇ ਡੂ ਯੂਜ਼ ਕਰ ਦਿੰਦੇ ਹਾਂ। ਅਤੇ ਇੱਥੇ ਡਜ਼ ਆਇਆ, ਡਜ਼ ਹੀ ਹੈਲਪ ਯੂ, ਹੀ ਕੀ ਆ ਸਬਜੈਕਟ, ਹੈਲਪ ਕੀ ਆ ਹੈਲਪਿੰਗ ਵਰਬ ਦੀ ਫਸਟ ਫਾਰਮ ਆ, ਲਾਸਟ ਦੇ ਵਿੱਚ ਕੀ ਆ ਆਬਜੈਕਟ। ਤਾਂ ਹੁਣ ਇੱਥੇ ਤੁਹਾਨੂੰ ਵਰਬ ਦੀ ਫਸਟ ਫਾਰਮ ਦੇ ਨਾਲ SES ਨਹੀਂ ਮਿਲੇਗਾ ਜੇਕਰ ਡੂ ਡਜ਼ ਲੱਗਾ, ਅਤੇ ਲਾਸਟ ਦੇ ਵਿੱਚ ਕੀ ਹੋਏਗਾ ਸਾਈਨ ਆਫ ਇੰਟੈਰੋਗੇਟਿਵ ਯਾਨੀ ਕਿ ਕੁਐਸਚਨ ਮਾਰਕ ਹੋਏਗਾ। ਤਾਂ ਚੇਂਜ ਕਰਦੇ ਹਾਂ, ਯੂ ਅੱਗੇ ਆਇਆ ਤਾਂ ਯੂ ਦੇ ਨਾਲ ਕੀ ਆ ਹੁੰਦਾ ਆਰ ਆਉਂਦਾ, ਆਰ ਯੂ ਹੈਲਪਡ ਬਾਏ ਹਿਮ, ਪਿੱਛੇ ਕੁਐਸਚਨ ਮਾਰਕ। ਤਾਂ ਇਹ ਸੀਗਾ
ਜੇਕਰ ਡੂ ਡਸ ਆ ਜਾਵੇ। ਨੈਕਸਟ ਹੈਗਾ ਜੇਕਰ ਡਿਡ ਆ ਜਾਵੇ। ਡਿਡ ਕਿੱਥੇ ਯੂਜ਼ ਹੁੰਦਾ ਹੈ ਯਾਦ ਰੱਖਣਾ ਤੁਸੀਂ, ਪਾਸਟ ਸਿੰਪਲ ਦੇ ਵਿੱਚ ਆਉਂਦਾ ਇਹ। ਪਾਸਟ ਸਿੰਪਲ ਟੈਂਸ ਦੇ ਵਿੱਚ ਅਸੀਂ ਯੂਜ਼ ਕੀ ਕਰ ਦਿੰਦੇ ਹਾਂ, ਡਿਡ ਯੂਜ਼ ਕਰ ਦਿੰਦੇ ਹਾਂ। ਅਤੇ ਡਿਡ ਅਸੀਂ ਡਿਡ ਦੇ ਨਾਲ ਜੇਕਰ ਅਸੀਂ ਡਿਡ ਯੂਜ਼ ਕੀਤਾ ਤਾਂ ਅੰਦਰ ਜਿਹੜੀ ਵਰਬ ਚੱਲਦੀ ਹੋਏਗੀ ਉਹ ਕੀ ਆਏਗੀ, ਫਸਟ ਫਾਰਮ ਆਏਗੀ। ਇਹ ਯਾਦ ਰੱਖਣਾ ਵਾ ਤੁਸੀਂ ਆਪਣੇ ਮਾਈਂਡ ਦੇ ਵਿੱਚ ਹਮੇਸ਼ਾ ਯਾਦ ਰੱਖਣਾ ਵਾ। ਇਸ ਤੋਂ ਬਾਅਦ ਡਿਡ ਤੋਂ ਬਾਅਦ ਦੇਖੋ ਹੀ ਆਇਆ ਸਬਜੈਕਟ, ਡੂ ਆਇਆ ਵਰਬ ਦੀ ਫਸਟ ਫਾਰਮ, ਅਤੇ ਦਿਸ ਵਰਕ ਕੀ ਆਇਆ ਆਬਜੈਕਟ। ਲਾਸਟ ਦੇ ਵਿੱਚ ਕੁਐਸਚਨ ਮਾਰਕ ਜਾਣੀ ਕਿ ਇੰਟੈਰੋਗੇਟਿਵ ਸਾਈਨ। ਤਾਂ ਵਾਜ਼ ਅੱਗੇ ਆਏਗਾ ਕਿਉਂ, ਕਿਉਂਕਿ ਦਿਸ ਵਰਕ ਜਿਹੜਾ ਉਹ ਸਿੰਗੂਲਰ ਆ, ਤਾਂ ਵਾਜ਼ ਡਨ ਵਰਬ ਦੀ ਥਰਡ ਫਾਰਮ, ਬਾਏ ਅਤੇ ਲਾਸਟ ਦੇ ਵਿੱਚ ਆਬਜੈਕਟ ਕੀ ਆ ਹੀ, ਅਤੇ ਪਿੱਛੇ ਕੁਐਸਚਨ ਮਾਰਕ। ਇਹ ਸੀਗਾ ਜੇਕਰ ਡੂ ਡਸ ਅਤੇ ਡਿਡ ਆਵੇ। ਇੱਕ ਗੱਲ ਯਾਦ ਰੱਖਣੀ ਵੀ ਡੂ ਕਿੱਥੇ ਆਏਗਾ, ਜੇਕਰ ਸਬਜੈਕਟ ਜਿਹੜਾ ਹੋਏਗਾ ਉਹ ਪਲੂਰਲ ਹੋਏਗਾ, ਜਿਵੇਂ ਯੂ, ਦੇ, ਵੀ, ਤਾਂ ਇਹਨਾਂ ਦੇ ਨਾਲ ਅਸੀਂ ਕੀ ਯੂਜ਼ ਕਰਦੇ ਹਾਂ, ਡੂ ਯੂਜ਼ ਕੀਤਾ ਜਾਂਦਾ। ਔਰ ਡੂ ਵੀ ਕਿੱਥੇ ਯੂਜ਼ ਕੀਤਾ ਜਾਂਦਾ, ਪ੍ਰੈਜ਼ੈਂਟ ਸਿੰਪਲ ਟੈਂਸ ਦੇ ਵਿੱਚ ਯੂਜ਼ ਕੀਤਾ ਜਾਂਦਾ। ਸੈਕਿੰਡ ਰੂਲ ਆ, ਵੈਨ ਦੀ ਇੰਟਰੋਗੇਟਿਵ ਸੈਂਟੈਂਸਿਸ ਸਟਾਰਟਡ ਫਰੋਮ ਦੀ ਇਜ਼, ਐਮ, ਆਰ ਐਂਡ ਵਾਜ਼, ਵਰ, then we should be a use after to the subject is, am, are and was, were and starting from the sentence। ਇਹ ਜਿਹੜਾ ਹੁਣ ਅਸੀਂ ਸੈਂਟੈਂਸ ਸ਼ੁਰੂ ਕਰਾਂਗੇ ਫਿਰ ਇਹਦੇ ਵਿੱਚ ਦੇਖਿਆ ਜਾਵੇਗਾ ਵੀ ਜਿਹੜਾ ਸਾਡਾ ਆਬਜੈਕਟ ਆ ਉਹ ਕੀ ਆ, ਤਾਂ ਉਹਦੇ ਅਕੋਰਡਿੰਗ ਅਸੀਂ is, am, are ਹੀ ਯੂਜ਼ ਕਰਾਂਗੇ। ਜਿਵੇਂ ਕਿ ਆਹ ਵਾਲਾ ਸੈਂਟੈਂਸ ਆ ਫਸਟ, ਇਹਦੇ ਵਿੱਚ ਹੈਗਾ ਆਰ ਯੂ ਡੂਇੰਗ ਦਿਸ ਵਰਕ। ਆਰ ਕੀ ਆ ਸਾਡਾ ਹੈਲਪਿੰਗ ਵਰਬ, ਯੂ ਕੀ ਆ ਸਾਡਾ ਸਬਜੈਕਟ, ਡੂਇੰਗ ਕੀ ਆ ਸਾਡੀ ਵਰਬ ਦੀ ਫਸਟ ਫਾਰਮ ਪਲੱਸ ING, ਲਾਸਟ ਦੇ ਵਿੱਚ ਕੀ ਆ ਸਾਡਾ ਆਬਜੈਕਟ ਦਿਸ ਵਰਕ। ਤਾਂ ਦਿਸ ਵਰਕ ਅੱਗੇ ਆਇਆ ਤਾਂ ਉਹਦੇ ਨਾਲ ਕੀ ਆਏਗਾ, ਇਜ਼ ਆਏਗਾ ਕਿਉਂਕਿ ਉਹ ਸਿੰਗੂਲਰ ਆ। ਇਜ਼ ਉਦੋਂ ਬਾਅਦ ਬੀਇੰਗ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦੇ ਨਾਲ ਹਮੇਸ਼ਾ ਅਟੈਚ ਹੀ ਰਹਿੰਦਾ ਵਾ ਵਰਬ ਦੀ ਥਰਡ ਫਾਰਮ ਦੇ ਨਾਲ, ਤਾਂ ਅਸੀਂ ਉੱਥੇ ਬੀਇੰਗ ਲਾ ਲਿਆ। ਅਤੇ ਲਾਸਟ ਦੇ ਵਿੱਚ ਕੀ ਆਇਆ, ਵਾਈ ਯੂ, ਲਾਸਟ ਦੇ ਵਿੱਚ ਕੁਐਸਚਨ ਮਾਰਕ ਤੁਸੀਂ ਕਦੇ ਵੀ ਨਹੀਂ ਭੁੱਲਣਾ ਜੇਕਰ ਇੰਟੈਰੋਗੇਟਿਵ ਸੈਂਟੈਂਸ ਹੋਇਆ ਇਹਦੇ ਵਿੱਚ ਵੌਇਸ ਦੇ ਵਿੱਚ, ਤਾਂ ਇਹ ਹਮੇਸ਼ਾ ਰੈਗੂਲਰਲੀ ਬੇਸ ਦੇ ਉੱਤੇ ਆਉਂਦਾ ਹੀ ਆਉਂਦਾ ਵਾ। ਨੈਕਸਟ ਹੈਗਾ ਵਾ, ਨੈਕਸਟ ਐਗਜ਼ਾਮਪਲ ਹੈਗੀ ਆ, ਵਾਜ਼ ਸ਼ੀ ਰੀਡਿੰਗ ਅ ਨਾਵਲ। ਅਤੇ ਹੁਣ ਇੱਥੇ ਕੀ ਆ, ਸ਼ੀ ਸਾਡਾ ਕੀ ਆ ਸਬਜੈਕਟ ਆ, ਰੀਡਿੰਗ ਕੀ ਆ ਵਰਬ ਦੀ ਫਸਟ ਫਾਰਮ ਪਲੱਸ ING ਆ, ਲਾਸਟ ਦੇ ਵਿੱਚ ਆ ਨਾਵਲ ਕੀ ਆ ਆਬਜੈਕਟ ਆ। ਤਾਂ ਇਹਨੂੰ ਅਸੀਂ ਜਦੋਂ ਪੈਸਿਵ ਦੇ ਵਿੱਚ ਚੇਂਜ ਕਰਾਂਗੇ, ਆ ਨਾਵਲ ਸਿੰਗੂਲਰ ਆ ਤਾਂ ਉੱਥੇ ਕੀ ਆਏਗਾ, ਵਾਜ਼ ਆ ਨਾਵਲ ਜਿਹੜਾ ਵਾ ਸਾਡਾ ਕੀ ਆ ਆਬਜੈਕਟ ਆ, ਉਹ ਅੱਗੇ ਆ ਜਾਏਗਾ। ਫਿਰ ਉਦੋਂ ਬਾਅਦ ਬੀਇੰਗ ਆਏਗਾ, ਫਿਰ ਵਰਬ ਦੀ ਥਰਡ ਫਾਰਮ ਆਏਗੀ ਰੈਡ ਬਾਏ ਹਰ, ਤਾਂ ਸ਼ੀ ਦਾ ਕੀ ਬਣਦਾ ਵਾ ਹਰ ਬਣਦਾ ਹੁੰਦਾ। ਲਾਸਟ ਦੇ ਵਿੱਚ ਕੀ ਆ ਕੁਐਸਚਨ ਮਾਰਕ। ਇਹ ਸੀਗਾ ਸਾਡਾ ਸੈਕਿੰਡ ਰੂਲ ਵੀ ਜੇਕਰ ਵਾਜ਼ ਵਰ ਆ ਜਾਵੇ ਜਾਂ ਇਜ਼, ਐਮ, ਆਰ ਜਾਣੀ ਕਿ ਕੰਟੀਨਿਊਸ ਦੇ ਰੂਲ ਆ ਜਾਣ। ਥਰਡ ਰੂਲ ਆ, ਵੈਨ ਦੀ ਇੰਟੈਰੋਗੇਟਿਵ ਸੈਂਟੈਂਸਿਸ ਸਟਾਰਟਡ ਫਰੋਮ ਹੈਜ਼, ਹੈਵ ਜਾਣੀ ਕਿ ਕੀ ਆ ਪਰਫੈਕਟ ਸੈਂਟੈਂਸ ਜੇਕਰ ਹੋਵੇ, ਕੋਈ ਵੀ ਪਰਫੈਕਟ ਟੈਂਸ ਚੱਲਦਾ ਹੋਵੇ, ਪ੍ਰੈਜ਼ੈਂਟ ਸਿੰਪਲ ਪ੍ਰੈਜ਼ੈਂਟ ਪਾਸਟ ਜਾਂ ਫਿਊਚਰ ਪਰਫੈਕਟ ਚੱਲਦਾ ਹੋਵੇ, ਤਾਂ ਉਹਨਾਂ ਵਿੱਚ ਕੀ ਕੀਤਾ ਜਾਏਗਾ, ਹੈਡ ਹੈਵ ਚੱਲਦਾ ਹੋਵੇਗਾ। ਵੀ ਸ਼ੁੱਡ ਦੈਨ ਵੀ ਯੂਜ਼ ਆਫਟਰ ਟੂ ਦੀ ਸਬਜੈਕਟ, ਜਿਹੜਾ ਸਬਜੈਕਟ ਹੋਏਗਾ ਉਹਦੇ ਅਕੋਰਡਿੰਗ ਜਿਹੜਾ ਸਾਡਾ ਲਾਸਟ ਦੇ ਵਿੱਚ ਆਬਜੈਕਟ ਅੱਗੇ ਆਏਗਾ, ਤਾਂ ਉਹਦੇ ਅਕੋਰਡਿੰਗ ਅਸੀਂ ਹੈਜ਼, ਹੈਵ ਜਾਂ ਹੈਡ ਸਟਾਰਟ ਕਰਾਂਗੇ ਜਿਹੋ ਜਿਹਾ ਸੈਂਟੈਂਸ ਬਣਦਾ ਹੋਵੇਗਾ। ਤਾਂ ਹੁਣ ਜਿਵੇਂ ਐਕਟਿਵ ਸੈਂਟੈਂਸ ਹੋਏਗਾ, ਹੈਲਪਿੰਗ ਵਰਬ ਅੱਗੇ ਆਈ, ਹੀ ਸਾਡਾ ਸਿੰਗੂਲਰ ਸੀਗਾ, ਹੈਲਪਡ ਵਰਬ ਦੀ ਥਰਡ ਫਾਰਮ, ਲਾਸਟ ਦੇ ਵਿੱਚ ਆਬਜੈਕਟ, ਤਾਂ ਸਾਨੂੰ ਪਤਾ ਲੱਗਿਆ ਪ੍ਰੈਜ਼ੈਂਟ ਪਰਫੈਕਟ ਹੈ। ਤਾਂ ਯੂ ਜਦੋਂ ਅੱਗੇ ਆਇਆ, ਯੂ ਕੀ ਆ ਪਲੂਰਲ ਆ, ਤਾਂ ਇਹਨੂੰ ਅਸੀਂ ਕੀ ਮੰਨਾਂਗੇ ਹੈਵ, ਅਤੇ ਯੂ ਸਾਡਾ ਕੀ ਆ ਆਬਜੈਕਟ, ਉਸ ਤੋਂ ਬਾਅਦ ਬੀਨ ਕਿਉਂਕਿ ਅਸੀਂ ਬੀਨ ਯੂਜ਼ ਕਰਦੇ ਹੁੰਦੇ ਹਾਂ, ਅਸੀਂ ਰੂਲ ਦੇ ਵਿੱਚ ਪਹਿਲੀਆਂ ਵੀਡੀਓਜ਼ ਦੇ ਵਿੱਚ ਪੜ੍ਹਿਆ ਵਾ। ਅਤੇ ਵਰਬ ਦੀ ਫਾਰਮ ਤੋਂ ਪਹਿਲਾਂ ਆਏਗਾ, ਇਹ ਯਾਦ ਰੱਖਣਾ ਵਾ। ਫਿਰ ਲਾਸਟ ਦੇ ਵਿੱਚ ਬਾਏ ਹਿਮ, ਤਾਂ ਇਸ ਚੀਜ਼ ਨੂੰ ਇਗਨੋਰ ਨਹੀਂ ਕਰਨਾ। ਨੈਕਸਟ ਹੈ ਸਾਡਾ ਹੈਡ ਆ ਗਿਆ। ਹੈਡ ਸਾਡਾ ਕਿਹਦੇ ਵਿੱਚ ਯੂਜ਼ ਹੁੰਦਾ, ਪਾਸਟ ਪਰਫੈਕਟ ਦੇ ਵਿੱਚ। ਹੀ ਸਿੰਗੂਲਰ ਆ ਤਾਂ ਹੈਡ ਚਾਹੇ ਸਿੰਗੂਲਰ ਹੋਵੇ ਚਾਹੇ ਪਲੂਰਲ ਹੋਵੇ, ਉਹਨਾਂ ਨਾਲ ਹੈਡ ਹੀ ਲੱਗਦਾ ਹੁੰਦਾ ਵਾ। ਨੈਕਸਟ ਹੈਗਾ ਵਰਬ ਦੀ ਥਰਡ ਫਾਰਮ ਫਿਨਿਸ਼ਡ, ਆ ਵਰਕ ਸਾਡਾ ਕੀ ਆ ਆਬਜੈਕਟ ਆ। ਹੈਡ ਅੱਗੇ ਆਇਆ ਤਾਂ ਉਦੋਂ ਬਾਅਦ ਦਾ ਵਰਕ ਸਾਡਾ ਕੀ ਆ ਆਬਜੈਕਟ ਵੀ ਅੱਗੇ ਆਇਆ, ਫਿਰ ਉਹਦੇ ਨਾਲ ਬੀਨ ਆਏਗਾ ਕਿਉਂਕਿ ਜਿਹੜੀ ਵਰਬ ਦੀ ਥਰਡ ਫਾਰਮ ਤੋਂ ਪਹਿਲਾਂ ਅਸੀਂ ਬੀਨ ਯੂਜ਼ ਕਰਦੇ ਹਾਂ। ਫਿਰ ਲਾਸਟ ਦੇ ਵਿੱਚ ਬਾਏ, ਫਿਰ ਹਿਮ ਕਿਉਂਕਿ ਹੀ ਦਾ ਕੀ ਬਣਦਾ ਹਿਮ, ਅਤੇ ਲਾਸਟ ਦੇ ਵਿੱਚ ਕੁਐਸਚਨ ਮਾਰਕ ਆ ਜਾਏਗਾ। ਤਾਂ ਇਹ ਸੀਗਾ ਥਰਡ ਰੂਲ। ਨੈਕਸਟ ਸਾਡਾ ਹੈਗਾ ਫੋਰਥ ਰੂਲ ਹੈਗਾ ਵਾ, ਵੈਨ ਦੀ ਇੰਟੈਰੋਗੇਟਿਵ ਸੈਂਟੈਂਸਿਸ ਸਟਾਰਟਡ ਫਰੋਮ ਸ਼ੈਲ, ਵਿਲ, ਕੈਨ, ਸ਼ੁੱਡ ਬੀ ਯੂਜ਼ ਦੀ ਆਫਟਰ ਦੀ ਨਿਊ ਸਬਜੈਕਟ ਦੀ ਸ਼ੈਲ, ਵਿਲ, ਕੈਨ ਔਰ ਸ਼ੁੱਡ ਬੀ ਸਟਾਰਟਡ ਫਰੋਮ ਟੂ ਦੀ ਸੈਂਟੈਂਸਿਸ। ਵੀ ਜਦੋਂ ਸਾਡਾ ਨਵਾਂ ਸਬਜੈਕਟ ਆ ਜਾਏਗਾ ਜਾਣੀ ਕਿ ਆਬਜੈਕਟ ਅੱਗੇ ਆ ਜਾਏਗਾ, ਤਾਂ ਵਿਲ, ਸ਼ੈਲ ਜਾਂ ਕੈਨ, ਕੁੱਡ ਉਹਦੇ ਅਕੋਰਡਿੰਗ ਅਸੀਂ ਚੇਂਜ ਕਰ ਦਿੰਦੇ ਹਾਂ। ਜਿਵੇਂ ਕਿ ਸਾਡੇ ਕੋਲ ਫਸਟ ਹੈਗਾ ਕੈਨ ਹੀ ਡੂ ਦਿਸ ਵਰਕ, ਤਾਂ ਹੁਣ ਕੈਨ ਸਾਡੀ ਹੈਲਪਿੰਗ ਵਰਬ, ਅਦਰ ਹੈਲਪਿੰਗ ਵਰਬ ਹੁਣੀ ਗੱਲ ਕੀਤੀ ਸੀ, ਅਤੇ ਸਬਜੈਕਟ ਸਾਡਾ ਹੀ ਆ, ਡੂ ਸਾਡੀ ਵਰਬ ਦੀ ਫਸਟ ਫਾਰਮ ਆ, ਅਤੇ ਦਿਸ ਵਰਕ ਸਾਡਾ ਕੀ ਆ ਆਬਜੈਕਟ ਆ। ਤਾਂ ਆਬਜੈਕਟ ਅੱਗੇ ਆਏਗਾ ਦਿਸ ਵਰਕ, ਤਾਂ ਕੈਨ ਦਾ ਕੈਨ ਹੀ ਰਹੇਗਾ, ਕੈਨ ਨੂੰ ਅੱਗੇ ਰੱਖਣਾ ਵਾ, ਕੈਨ ਦਿਸ, ਫਿਰ ਉਸ ਤੋਂ ਬਾਅਦ ਬੀ ਆਏਗਾ ਕਿਉਂਕਿ ਵਰਬ ਦੀ ਥਰਡ ਫਾਰਮ ਦੇ ਨਾਲ ਬੀਇੰਗ ਯੂਜ਼ ਕੀਤਾ ਜਾਂਦਾ ਵਾ, ਅਤੇ ਲਾਸਟ ਦੇ ਵਿੱਚ ਕੀ ਆਏਗਾ ਬਾਏ ਅਤੇ ਹਿਮ ਆਏਗਾ। ਅੱਗੇ ਗੱਲ ਕਰਦੇ ਹਾਂ, ਜੇਕਰ ਵਿਲ ਆ ਜਾਵੇ, ਜਿਵੇਂ ਵਿਲ ਯੂ ਟੀਚ ਦਾ ਚਿਲਡਰਨ, ਤਾਂ ਯੂ ਸਾਡਾ ਪਲੂਰਲ ਆ ਤਾਂ ਉੱਥੇ ਗਿਆ ਵਿਲ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵਿਲ ਜਾਂ ਸ਼ੈਲ ਕਿੱਥੇ ਯੂਜ਼ ਹੁੰਦਾ, ਜੇਕਰ ਵੀ 'ਤੇ ਆਈ ਹੋਇਆ ਤਾਂ ਅਸੀਂ ਕੀ ਯੂਜ਼ ਕਰਦੇ ਹਾਂ, ਸ਼ੈਲ ਯੂਜ਼ ਕਰਦੇ ਹਾਂ, ਅਤੇ ਜੇਕਰ ਇਹ ਤੋਂ ਰਦਰ ਦੈਨ ਚਾਹੇ ਸਿੰਗੂਲਰ ਹੋਵੇ ਚਾਹੇ ਪਲੂਰਲ ਹੋਵੇ ਸਾਰੇ ਕਿਤੇ ਕੀ ਯੂਜ਼ ਹੁੰਦਾ, ਵਿਲ ਯੂਜ਼ ਹੁੰਦਾ।
ਤੇ ਯੂ ਸਾਡਾ ਸਬਜੈਕਟ ਸੀਗਾ, ਟੀਚ ਸਾਡਾ ਵਰਬ ਦੀ ਫਸਟ ਫਾਰਮ, ਤੇ ਦ ਚਿਲਡਰਨ ਕੀ ਹੈ ਸਾਡਾ ਆਬਜੈਕਟ। ਤਾਂ ਦ ਚਿਲਡਰਨ ਅੱਗੇ ਆਇਆ ਤਾਂ ਉਹਦੇ ਨਾਲ ਕੀ ਆਏਗਾ ਵਿਲ ਤੋਂ ਬਾਅਦ ਬੀ, ਫਿਰ ਟੌਟ ਵਰਬ ਦੀ ਥਰਡ ਫਾਰਮ ਬਾਏ ਯੂ ਸਾਡਾ ਜਿਹੜਾ ਸਬਜੈਕਟ ਸੀਗਾ ਉਹ ਐਜ਼ ਇਟ ਇਜ਼ ਹੀ ਰਹਿ ਜਾਂਦਾ, ਤਾਂ ਉਹਨੂੰ ਇੱਦਾਂ ਹੀ ਲਿਖ ਲਿਆ। ਨੈਕਸਟ ਅਸੀਂ ਥੋੜ੍ਹੀ ਜਿਹੀ ਵੌਇਸ ਦੀ ਮੈਂ ਥੋੜ੍ਹੀ ਹੋਰ ਐਕਸਪਲੇਨੇਸ਼ਨ ਦੇਣ ਦੇ ਲਈ ਥੋੜ੍ਹੀਆਂ ਹੋਰ ਐਗਜ਼ਾਮਪਲ ਚੱਕੀਆਂ, ਜਿਵੇਂ ਡਜ਼ ਸ਼ੀ ਟੈਲ ਆ ਸਟੋਰੀ। ਤਾਂ ਹੁਣ ਇੱਥੇ ਸਿੰਗੂਲਰ ਸੀ ਤਾਂ ਕੀ ਆਇਆ ਡਜ਼ ਆਇਆ, ਕਿਹਨੂੰ ਡੋਨੇਟ ਕਰਦਾ ਪ੍ਰੈਜ਼ੈਂਟ ਸਿੰਪਲ ਨੂੰ, ਤੇ ਵਰਬ ਦੀ ਫਸਟ ਫਾਰਮ ਦੇ ਨਾਲ SES ਨਹੀਂ ਆਉਂਦਾ। ਤਾਂ ਹੁਣ ਦੇਖੋ ਇਹ ਕਿਵੇਂ ਚੇਂਜ ਹੋਏਗਾ। ਆ ਸਟੋਰੀ ਅੱਗੇ ਆਇਆ, ਸਟੋਰੀ ਸਿੰਗੂਲਰ ਆ ਤਾਂ ਇੱਥੇ ਕੀ ਆਏਗਾ ਇਜ਼ ਆਏਗਾ। ਤਾਂ ਫਿਰ ਉਸ ਤੋਂ ਬਾਅਦ ਟੋਲਡ ਬਾਏ ਹਰ, ਤਾਂ ਬਾਏ ਹਰ ਕੀ ਆ ਸ਼ੀ ਦਾ ਕੀ ਬਣ ਜਾਂਦਾ ਹਰ ਬਣ ਜਾਂਦਾ। ਨੈਕਸਟ ਆਏਗਾ ਜੇਕਰ ਡੂ ਕਦੋਂ ਆਉਂਦਾ ਮੈਂ ਤੁਹਾਨੂੰ ਦੱਸਿਆ ਸੀ, ਜੇਕਰ ਪਲੂਰਲ ਹੋਵੇ ਯੂ ਅਸੀਂ ਪਲੂਰਲ ਕੰਸੀਡਰ ਕਰਦੇ ਹਾਂ ਤਾਂ ਵਰਬ ਦੀ ਫਸਟ ਫਾਰਮ ਦੇ ਨਾਲ SES ਨਹੀਂ ਆਏਗਾ, ਤਾਂ ਇਹ ਕਿਹੜਾ ਟੈਂਸ ਆ ਪ੍ਰੈਜ਼ੈਂਟ ਸਿੰਪਲ ਹੀ ਆ। ਤਾਂ ਕੀ ਆਏਗਾ ਫੁੱਟਬਾਲ ਅੱਗੇ ਆਇਆ ਤਾਂ ਫੁੱਟਬਾਲ ਕੱਲੀ ਆ ਤਾਂ ਇਜ਼ ਆਏਗਾ, ਇਜ਼ ਫੁੱਟਬਾਲ ਪਲੇਡ ਬਾਏ ਯੂ। ਨੈਕਸਟ ਆਏਗਾ ਡਿਡ ਸਾਡਾ ਕਿੱਥੇ ਲੱਗਦਾ ਹੁੰਦਾ ਵਾ, ਕਿੱਥੇ ਲੱਗਦਾ ਸਾਡਾ ਪਾਸਟ ਸਿੰਪਲ ਦੇ ਵਿੱਚ ਲੱਗਦਾ ਵਾ, ਤੇ ਵਰਬ ਦੀ ਫਸਟ ਫਾਰਮ ਯੂਜ਼ ਕੀਤੀ ਜਾਂਦੀ ਹੈ। ਤਾਂ ਤੁਹਾਨੂੰ ਪਤਾ ਹੀ ਆ ਰੀਡ ਰੈਡ ਪ੍ਰੋਨਾਊਂਸੀਏਸ਼ਨ ਅਸੀਂ ਰੈਡ ਕਰਦੇ ਹਾਂ ਵਰਬ ਦੀ ਥਰਡ ਫਾਰਮ ਨੂੰ, ਬਟ ਜਿਹੜੇ ਸਪੈਲ ਹੁੰਦੇ ਉਹ ਸੇਮ ਹੀ ਰਹਿੰਦਾ, ਤਾਂ ਇਸ ਕਰਕੇ ਇਹਦੀ ਫਸਟ ਸੈਕਿੰਡ ਤੇ ਥਰਡ ਫਾਰਮ ਸੇਮ ਹੀ ਨੇ, ਤਾਂ ਰੈਡ ਐਵੇਂ ਹੀ ਰਹਿ ਜਾਏਗਾ। ਤਾਂ ਹੁਣ ਇਹਨੂੰ ਚੇਂਜ ਕਰਦੇ ਹਾਂ, ਤਾਂ ਵਾਜ਼ ਅੱਗੇ ਆਇਆ ਕਿਉਂਕਿ ਦਾ ਲੈਟਰ ਸਿੰਗੂਲਰ ਆ, ਫਿਰ ਉਸ ਤੋਂ ਬਾਅਦ ਰੈਡ ਬਾਈ ਯੂ ਕੀ ਹੈ ਸਾਡਾ ਆਬਜੈਕਟ ਬਣ ਜਾਏਗਾ, ਪਹਿਲਾਂ ਸਬਜੈਕਟ ਸੀ। ਨੈਕਸਟ ਆਏਗਾ ਵਿਲ ਯੂ ਹੈਲਪ ਮੀ, ਤਾਂ ਵਿਲ ਕਿਹਦੇ ਕਰਕੇ ਆਇਆ ਯੂ ਦੇ ਕਰਕੇ ਆਇਆ, ਤਾਂ ਉਸ ਤੋਂ ਬਾਅਦ ਹੈਲਪ ਵਰਬ ਦੀ ਫਸਟ ਫਾਰਮ ਤੇ ਮੀ, ਇਹ ਕਿਹੜਾ ਵਾ ਫਿਊਚਰ ਸਿੰਪਲ ਆ, ਤਾਂ ਇਹਨੂੰ ਚੇਂਜ ਕਰਦੇ ਹਾਂ। ਆਈ ਅੱਗੇ ਆਏਗਾ ਤਾਂ ਸਾਡਾ ਕੀ ਆਏਗਾ ਸ਼ੈਲ ਆਏਗਾ, ਇਹ ਤੁਹਾਨੂੰ ਯਾਦ ਹੀ ਹੋਏਗਾ, ਹੁਣ ਇਹ ਆਪਾਂ ਕੀਤਾ ਵੀ ਹੈ। ਤੇ ਹੈਲਪਡ ਦੇ ਨਾਲ ਕੀ ਆਏਗਾ ਬੀ, ਕਿਉਂਕਿ ਇਹਦੇ ਨਾਲ ਅਸੀਂ ਜਦੋਂ ਪੈਸਿਵ ਦਾ ਰੂਲ ਬਣਾਇਆ ਸੀ ਤਾਂ ਉਹਦੇ ਨਾਲ ਬੀ ਯੂਜ਼ ਕੀਤਾ ਜਾਂਦਾ ਵਰਬ ਦੀ ਥਰਡ ਫਾਰਮ ਦੇ ਨਾਲ ਬਾਏ ਯੂ, ਲਾਸਟ ਦੇ ਵਿੱਚ ਯੂ ਵਰਡ ਯੂਜ਼ ਕੀਤਾ ਜਾਏਗਾ। ਲਾਸਟ ਤੇ ਫਿਫਥ ਰੂਲ ਹੈ ਇੰਟੈਰੋਗੇਟਿਵ ਸੈਂਟੈਂਸਿਸ ਦਾ। ਵੈਨ ਦੀ ਇੰਟੈਰੋਗੇਟਿਵ ਸੈਂਟੈਂਸ ਸਟਾਰਟਿੰਗ ਫਰੋਮ ਟੂ ਦੀਆਂ ਵਾਈ, ਵੈਨ, ਹਾਊ and then we should be use them to their starting to their sentences who should be replaced by whom। ਹੁਣ ਇੱਥੇ ਇੱਕ ਵਰਡ ਯਾਦ ਰੱਖਣਾ ਵਾ ਜਿਹੜਾ ਕੀ ਆ who ਜਿਹੜਾ ਰਿਪਲੇਸ ਕੀਤਾ ਜਾਂਦਾ ਕਿਹਦੇ ਨਾਲ ਕੀਤਾ ਜਾਂਦਾ by whom ਦੇ ਵਿੱਚ ਜਦੋਂ ਅਸੀਂ ਇਹਨੂੰ ਪੈਸਿਵ ਬਣਾਉਂਦੇ ਆ। ਜਿਵੇਂ ਇਹਦੀਆਂ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ, ਫਸਟ ਹੈਗੀ ਆ who has done this work। ਹੁਣ ਇਹਨੂੰ ਈਜ਼ੀਲੀ ਕਿਵੇਂ ਕੀਤਾ ਜਾ ਸਕੇ, ਹੁਣ ਆਪਾਂ ਗੱਲ ਕੀਤੀ ਵੀ ਜਿਹੜਾ ਬਾਏ ਹੋਮ ਬਣ ਜਾਏਗਾ who ਦਾ, ਤਾਂ ਬਾਏ ਪਹਿਲਾਂ ਹੀ ਯੂਜ਼ ਹੋ ਗਿਆ, ਇਸ ਦਾ ਮਤਲਬ ਕੀ ਆ ਵੀ ਸਾਡੇ ਕੋਲ ਕੋਈ ਆਬਜੈਕਟ ਨਹੀਂ ਹੋਵੇਗਾ, ਠੀਕ ਹੈ ਜੀ। ਜਿਹੜਾ ਸਾਡਾ ਇਹਦੇ ਵਿੱਚ ਗੱਲ ਕਰਦੇ ਹਾਂ ਜਿਵੇਂ ਹੂ ਆਇਆ, ਹੈਲਪਿੰਗ ਵਰਬ ਆਈ, ਵਰਬ ਦੀ ਥਰਡ ਫਾਰਮ ਆ ਗਈ, ਅਤੇ ਲਾਸਟ ਦੇ ਵਿੱਚ ਸਾਡਾ ਆਬਜੈਕਟ ਆ ਗਿਆ, ਤਾਂ ਜਿਹੜਾ ਆਬਜੈਕਟ ਹੈ ਅੱਗੇ ਜਾ ਕੇ ਸਬਜੈਕਟ ਬਣ ਜਾਏਗਾ। ਤਾਂ ਬਾਏ ਹੂਮ ਆਇਆ ਤਾਂ ਇਹਦੇ ਨਾਲ ਯਾਦ ਮੈਂ ਤੁਹਾਨੂੰ ਕੀ ਕਿਹਾ ਸੀਗਾ ਵੀ ਹਮੇਸ਼ਾ ਯਾਦ ਰੱਖਣਾ ਵੀ ਇਹਦੇ ਨਾਲ ਹੈਲਪਿੰਗ ਵਰਬ ਨਾਲ ਹੀ ਜੁੜੀ ਰਹਿੰਦੀ ਹੈ, ਕਦੇ ਵੀ ਹੈਲਪਿੰਗ ਵਰਬ ਨੂੰ ਅੰਦਰ ਨਾ ਲੈ ਜਾਓ। ਤਾਂ ਯਾਦ ਰੱਖਿਓ ਵੀ ਜਿੱਥੇ ਹੂ, ਹਾਓ, ਦੈਮ ਕੁਝ ਵੀ ਹੋਇਆ ਤਾਂ ਉਹਦੇ ਨਾਲ ਕੀ ਹੋਏਗਾ ਵਰਬ ਦੀ ਫਾਰਮ ਉਹਦੇ ਨਾਲ ਹੀ ਜੁੜੇਗੀ। ਤਾਂ ਉਸ ਤੋਂ ਬਾਅਦ ਅਸੀਂ ਕੀ ਯੂਜ਼ ਕਰਾਂਗੇ ਜਿਹੜਾ ਆਬਜੈਕਟ ਆ, ਯਾਨੀ ਕਿ ਬਾਏ ਹੂਮ ਹੈਜ਼ ਦਾ ਦਿਸ ਵਰਕ ਬੀਨ ਆਏਗਾ, ਕਿਉਂਕਿ ਅਸੀਂ ਪ੍ਰੈਜ਼ੈਂਟ ਪਰਫੈਕਟ ਦੀ ਗੱਲ ਕਰ ਰਹੇ ਸੀ ਤਾਂ ਉਹਦਾ ਪੈਸਿਵ ਰੂਲ ਦੇ ਵਿੱਚ ਬੀਨ ਯੂਜ਼ ਹੁੰਦਾ ਕਦੋਂ ਵਰਬ ਦੀ ਫਾਰਮ ਤੋਂ ਪਹਿਲਾਂ, ਅਤੇ ਲਾਸਟ ਦੇ ਵਿੱਚ ਕੁਐਸਚਨ ਮਾਰਕ। ਇਹ ਹੋਰ ਵੀ ਈਜ਼ੀ ਬਣ ਗਿਆ। ਹੁਣ ਨੈਕਸਟ ਗੱਲ ਕਰਦੇ ਹਾਂ ਵੈਨ ਡਿਡ ਯੂ ਡੂ ਦਿਸ ਵਰਕ। ਹੁਣ ਡਿਡ ਕਿਹਦੇ ਵਿੱਚ ਯੂਜ਼ ਕੀਤਾ ਹੈ ਪਾਸਟ ਸਿੰਪਲ ਦੇ ਵਿੱਚ, ਯੂ ਸਾਡਾ ਕੀ ਹੈ ਸਬਜੈਕਟ ਆ, ਡੂ ਕੀ ਹੈ ਵਰਬ ਦੀ ਫਸਟ ਫਾਰਮ ਆ, ਅਤੇ ਦਿਸ ਵਰਕ ਕੀ ਹੈ ਸਾਡਾ ਆਬਜੈਕਟ ਆ। ਤਾਂ ਹੁਣ ਇਹਨੂੰ ਅਸੀਂ ਕਿਵੇਂ ਚੇਂਜ ਕਰਾਂਗੇ, ਵੈਨ ਮੈਂ ਤੁਹਾਨੂੰ ਕਿਹਾ ਸੀ ਵੈਨ ਇਹ ਚੀਜ਼ਾਂ ਚੇਂਜ ਨਹੀਂ ਹੁੰਦੀਆਂ, ਆਪਣੀ ਪਲੇਸ 'ਤੇ ਉੱਤੇ ਰਹਿੰਦੀਆਂ ਨੇ, ਵੈਨ ਉੱਥੇ ਰਿਹਾ। ਤਾਂ ਉਸ ਤੋਂ ਬਾਅਦ ਹੈਲਪਿੰਗ ਵਰਬ ਅਸੀਂ ਵਾਜ਼ ਯੂਜ਼ ਕੀਤੀ, ਕਿਉਂ ਜਿਹੜਾ ਆਬਜੈਕਟ ਦਿਸ ਵਰਕ ਸੀਗਾ ਉਹਦੇ ਨਾਲ ਅਸੀਂ ਕੀ ਯੂਜ਼ ਕਰਦੇ ਹਾਂ ਸਿੰਗੂਲਰ ਵਰਬ, ਤਾਂ ਸਿੰਗੂਲਰ ਸਬਜੈਕਟ ਬਣ ਗਿਆ ਤਾਂ ਉਹਦੇ ਨਾਲ ਕੀ ਯੂਜ਼ ਹੋਏਗਾ ਵਾਜ਼, ਫਿਰ ਉਸ ਤੋਂ ਬਾਅਦ ਵਰਬ ਦੀ ਥਰਡ ਫਾਰਮ ਡਨ, ਅਤੇ ਲਾਸਟ ਦੇ ਵਿੱਚ ਕੀ ਹੋਏਗਾ ਯੂ। ਤਾਂ ਇਸ ਤਰੀਕੇ ਨਾਲ ਅਸੀਂ ਇਹ ਸੈਂਟੈਂਸਿਸ ਚੇਂਜ ਕੀਤੇ। ਮੈਂ ਹੋਰ ਇਹਦੀਆਂ ਐਕਸਟਰਾ ਜਿਹੜੀਆਂ ਐਗਜ਼ਾਮਪਲਸ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾਂ। ਜਿਵੇਂ ਫਸਟ ਆ ਵੈਨ ਡਜ਼ ਹੀ ਟੇਕਸ ਅ ਟੀ। ਹੁਣ ਹੀ ਸੀਗਾ ਸਿੰਗੂਲਰ ਸਬਜੈਕਟ, ਤਾਂ ਹੀ ਸਿੰਗੂਲਰ ਸਬਜੈਕਟ ਦੇ ਨਾਲ ਕੀ ਆਇਆ ਡਜ਼ ਆਇਆ, ਤਾਂ ਡਜ਼ ਕਿੱਥੇ ਯੂਜ਼ ਹੁੰਦਾ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਯੂਜ਼ ਹੁੰਦਾ। ਟੀ ਸਾਡਾ ਆਬਜੈਕਟ ਆ, ਹੀ ਸਾਡਾ ਸਬਜੈਕਟ ਆ, ਅਤੇ ਟੇਕ ਸਾਡੀ ਕੀ ਆ ਵਰਬ ਦੀ ਫਸਟ ਫਾਰਮ ਆ। ਤਾਂ ਇਹਨੂੰ ਚੇਂਜ ਕਿਵੇਂ ਕਰਾਂਗੇ, ਵੈਨ ਦਾ ਵੈਨ ਹੀ ਰਹਿ ਜਾਏਗਾ, ਜਿਹੜੀ ਟੀ ਆ ਉਹ ਅੱਗੇ ਆਈ ਤਾਂ ਟੀ ਦੇ ਅੱਗੇ ਆਉਣ ਦੇ ਨਾਲ ਕੀ ਬਣਿਆ ਉਹਦਾ ਜਿਹੜਾ ਹੈਲਪਿੰਗ ਵਰਬ ਕਿਹੜੀ ਯੂਜ਼ ਹੋਏਗੀ ਇਜ਼ ਯੂਜ਼ ਹੋਏਗੀ। ਤਾਂ ਅਸੀਂ ਯੂਜ਼ ਕਰ ਲਈ ਵੈਨ ਇਜ਼ ਟੀ ਜਿਹੜਾ ਆਬਜੈਕਟ ਅੱਗੇ ਆਇਆ, ਫਿਰ ਉਸ ਤੋਂ ਬਾਅਦ ਵਰਬ ਦੀ ਥਰਡ ਫਾਰਮ ਟੇਕਨ ਬਾਏ ਹਿਮ ਪਿੱਛੇ ਕੁਐਸਚਨ ਮਾਰਕ। ਤਾਂ ਇਸ ਤਰੀਕੇ ਨਾਲ ਅਸੀਂ ਇਹਨੂੰ ਚੇਂਜ ਕਰਾਂਗੇ। ਇਹ ਸਾਰੇ ਬਾਕੀ ਜਿਹੜੀਆਂ ਨੇ ਉਹ ਤੁਸੀਂ ਆਪਣੇ ਆਪ ਟਰਾਈ ਕਰਨੀਆਂ ਨੇ, ਅਤੇ ਮੈਂ ਸਿਰਫ ਇੱਕ ਲਾਸਟ ਵਾਲੀ ਕਰ ਲੈਂਦੇ ਹਾਂ whom do you like। ਤਾਂ ਹੁਣ ਇੱਥੇ whom ਪਹਿਲਾਂ ਹੀ ਆਇਆ ਹੋਇਆ, ਮੈਂ ਤੁਹਾਨੂੰ ਦੱਸਿਆ ਸੀ ਵੀ who ਜਿਹੜਾ ਵਾ who ਨੂੰ ਚੇਂਜ ਕਰਕੇ ਅਸੀਂ ਕੀ ਯੂਜ਼ ਕਰਦੇ ਹਾਂ ਬਾਏ whom ਯੂਜ਼ ਕਰਦੇ ਹਾਂ। ਇੱਥੇ ਵੀ ਦੇਖ ਸਕਦੇ ਹਾਂ, ਦੇਖੋ ਤਾਂ ਇੱਥੇ whom ਯੂਜ਼ ਕੀਤਾ ਤਾਂ ਇੱਥੇ ਪਹਿਲਾਂ ਹੀ whom ਆ ਗਿਆ। ਤਾਂ ਹੁਣ ਇਹਨੂੰ ਕੀ ਕੀਤਾ ਜਾਊਗਾ, whom ਦਾ ਅਸੀਂ ਕੀ ਬਣਾਉਣਾ who ਬਣਾਵਾਂਗੇ,
ਡੂ ਯੂਜ਼ ਹੋਇਆ ਜਾਣੀ ਕਿ ਹਲੇ ਵੀ ਐਕਟਿਵ ਸੈਂਟੈਂਸਿਸ ਦੇ ਵਿੱਚ ਆ ਤਾਂ ਇਹਨੂੰ ਪੈਸਿਵ ਹੀ ਬਣਾਉਣਾ ਪੈਣਾ। ਡੂ ਕੀ ਆ ਸਾਡਾ, ਕਿਹਨੂੰ ਡਿਨੇਟ ਕਰਦਾ, ਪ੍ਰੈਜ਼ੈਂਟ ਸਿੰਪਲ ਨੂੰ ਡਿਨੇਟ ਕਰਦਾ। ਸਾਡੇ ਕੋਲ ਇੱਕ ਸਬਜੈਕਟ ਦਿੱਤਾ ਹੋਇਆ ਯੂ, ਤਾਂ ਇਹ ਪਿੱਛੇ ਚਲਾ ਜਾਏਗਾ। ਆਬਜੈਕਟ ਸਾਡੇ ਕੋਲ ਹੈ ਨਹੀਂ ਤਾਂ ਅਸੀਂ ਕੀ ਲਿਖਾਂਗੇ, ਹੂ ਇਜ਼, ਫਿਰ ਉਸ ਤੋਂ ਬਾਅਦ ਸਾਡਾ ਕੀ ਹੈ, ਲਾਈਕਡ ਵਰਬ ਦੀ ਥਰਡ ਫਾਰਮ, ਫਿਰ ਬਾਏ ਯੂ, ਲਾਸਟ ਦੇ ਵਿੱਚ ਕੁਐਸਚਨ ਮਾਰਕ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਂਟੈਂਸ ਹੈ ਕਲੀਅਰ ਹੋ ਗਿਆ ਹੋਵੇਗਾ। ਬਾਕੀ ਜਿਹੜਾ ਤੁਸੀਂ ਆਪਣੇ ਆਪ ਟਰਾਈ ਕਰਕੇ ਦੇਖ ਲੈਣਾ, ਇਹ ਈਜ਼ੀ ਆ ਅਤੇ ਤੁਸੀਂ ਈਜ਼ੀ ਵੇ ਨਾਲ ਇਹ ਗੱਲ ਯਾਦ ਰੱਖਣੀ ਆ ਵੀ ਜਦੋਂ WHO ਫੈਮਿਲੀ ਜਾਂ ਹੂ ਹਾਓ ਇਹੋ ਜਿਹੇ ਸੈਂਟੈਂਸਿਸ ਆਉਂਦਾ ਤਾਂ ਹੈਲਪਿੰਗ ਵਰਬ ਉਹਦੇ ਨਾਲ ਹੀ ਜੁੜਦੀ ਹੁੰਦੀ ਆ। ਬੀਂਗ ਬੀਨ ਉਹੀ ਰੂਲ ਫੋਲੋ ਕਰੇਗੀ ਵੀ ਜਿੱਥੇ ਵਰਬ ਦੀ ਥਰਡ ਫਾਰਮ ਆਏਗੀ ਉੱਥੇ ਹੀ ਬੀਂਗ ਬੀਨ ਇਹੋ ਜਿਹੀਆਂ ਚੀਜ਼ਾਂ ਲੱਗਣਗੀਆਂ। ਇਹ ਅੱਜ ਦੀ ਐਕਸਰਸਾਈਜ਼ ਜਿਹੜੀ ਕਿ ਮੈਂ ਆਪਣੇ ਬੱਚਿਆਂ ਨੂੰ ਦੇ ਕੇ ਜਾ ਰਿਹਾ ਹਾਂ ਵੀ ਜਿਹੜੇ ਬੱਚੇ ਇਸ ਨੂੰ ਸੋਲਵ ਕਰਨਗੇ ਤਾਂ ਉਹ ਆਪਣੇ ਆਨਸਰ ਜਿਹੜੇ ਨੇ ਮੇਰੇ ਕਮੈਂਟ ਬਾਕਸ ਦੇ ਵਿੱਚ ਪਾ ਸਕਦੇ ਆ ਅਤੇ ਮੈਂ ਇਹਨਾਂ ਦੇ ਨੇਮਸ ਜਿਹੜੇ ਨੇ ਵਿਦ ਆਨਸਰਸ ਉਹ ਕੀ ਆ ਡਿਸਕਲੋਜ਼ ਕਰਾਂਗਾ ਮੈਂ ਆਪਣੀ ਜਿਹੜੀ ਨੈਕਸਟ ਵੀਡੀਓ ਬਣਾਵਾਂਗਾ। ਤਾਂ ਇਸ ਦਾ ਸਕਰੀਨਸ਼ਾਟ ਮਾਰ ਕੇ ਤੁਸੀਂ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ, ਇਹਨਾਂ ਦੇ ਰੂਲ ਨੂੰ ਈਜ਼ੀਲੀ ਵੇ ਦੇ ਨਾਲ ਲਰਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਜੇਕਰ ਫਿਰ ਵੀ ਕਿਸੇ ਚੀਜ਼ ਦੀ ਪ੍ਰੋਬਲਮ ਆ ਰਹੀ ਆ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ। ਮੈਂ ਹੋਰ ਵੀ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਵੀ ਜਿਹੜਾ ਮੇਰਾ ਚੈਨਲ ਆ ਅਸੀਂ ਇਹਦੇ ਵਿੱਚ ਹੁਣ ਜਿਹੜੇ ਅਸੀਂ ਏਰੀਆ ਵਾ ਕਾਫੀ ਵਧਾ ਦਿੱਤਾ ਵਾ ਬੱਚਿਆਂ ਦੇ ਨਾਲ। ਹੁਣ ਅਸੀਂ 6th to 10th ਨਹੀਂ, ਹੁਣ ਅਸੀਂ 6th to 12th ਕਲਾਸ ਤੱਕ ਅਸੀਂ ਜਿਹੜਾ ਕਮਰਸ ਨੂੰ ਇਨਕਲੂਡ ਕਰ ਲਿਆ ਵਾ, ਕਮਰਸ ਦੇ ਸਬਜੈਕਟ ਨੂੰ ਇਨਕਲੂਡ ਕੀਤਾ ਵਾ। ਅਤੇ ਇਹਦੇ ਵਿੱਚ ਅਸੀਂ ਹੁਣ ਇੰਗਲਿਸ਼ ਦੀ ਵੀ ਗੱਲ ਕਰਾਂਗੇ। +2 10th +2 10th 11th ਅਤੇ 12th ਇਹਦੀ ਇੰਗਲਿਸ਼ ਵੀ ਆਏਗੀ। ਅਤੇ ਅਸੀਂ ਜ਼ਿਆਦਾਤਰ ਫੋਕਸ ਅਸੀਂ ਕੀਤਾ ਵਾ ਕਮਰਸ ਦੇ ਉੱਤੇ, ਤਾਂ ਕਮਰਸ ਦੀਆਂ ਕਲਾਸਿਸ ਵੀ ਤੁਹਾਨੂੰ ਇੱਥੇ ਸਿਲੇਬਸ ਅਸੀਂ ਕੰਪਲੀਟ ਕਰਾਵਾਂਗੇ। ਤਾਂ ਸਾਰੇ ਬੱਚੇ ਮੇਰੇ ਸੈਸ਼ਨ ਦੇ ਨਾਲ ਜੁੜਿਆ ਕਰਨ ਅਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ ਅਤੇ ਹੋਰਾਂ ਨਾਲ ਵੀ ਸ਼ੇਅਰ ਕਰਨ। Thanks a lot watching for my session and share with others and like this session when you have been gaining some kind of the knowledge. Thanks a lot watching for my session.